हाँ जी गाइस, किद्दां हो सारे? होप सारे गुड होंगे। स्वागत करदा हाँ तुहाडा अपने स्टूडियो कैंप स्टूडियो दे विच। सो अज दा अपना टॉपिक है भारत दा भूगोल। भारत दा भूगोल, जियोग्राफी ऑफ इंडिया। सो आप चलते हैं क्वेश्चन के उपर। ज़्यादा टाइम नहीं वेस्ट करांगे। एस दी पोस्ट निकल चुके हैं, रोल नंबर आ चुके हैं। विज्ञान का परिणाम दर्शाया जाता है कि खोज की विज्ञानिक विधि ਪੈਨੀਸੂਲਰ ਪਲੇਟੂ ਦੇ ਪੂਰਬੀ ਅਤੇ ਪੱਛਮੀ ਘਾਟ ਮਿਲਦੇ ਹਨ। ਨੀਲਗਿਰੀ ਪਹਾੜੀਆਂ 'ਚ ਵਾਤਾਵਰਣ ਵਿੱਚ ਘਣਫਲ ਦੇ ਅਨੁਸਾਰ ਮੁੱਖ ਗੈਸਾਂ ਹਨ ਨਾਈਟ੍ਰੋਜਨ ਅਤੇ ਆਕਸੀਜਨ। ਭੂਗੋਲ ਸ਼ਬਦ ਦੀ ਉਤਪੱਤੀ ਕਿਸ ਭਾਸ਼ਾ ਦੇ ਸ਼ਬਦਾਂ ਤੋਂ ਹੋਈ ਹੈ? ਯੂਨਾਨੀ। ਸਭ ਤੋਂ ਪਹਿਲਾਂ ਭੂਗੋਲ ਸ਼ਬਦ ਦਾ ਪ੍ਰਯੋਗ ਕਿਸ ਨੇ ਕੀਤਾ? ਐਰਾਟੋਸਥੀਨੀਜ਼। ਭੂਗੋਲ ਅਧਿਐਨ ਕਰਦਾ ਹੈ ਉਪਰੋਕਤ ਸਾਰੇ ਜਲਵਾਯੂ, ਬਨਸਪਤੀ, ਵਾਯੂਮੰਡਲ, ਥਲ ਮੰਡਲ, ਭੂਮੀ ਮੰਡਲ, ਉਦਯੋਗ। ਭੂਗੋਲ ਦਾ ਖੇਤਰ ਹੈ ਵਿਸ਼ਾਲ। ਇਹਨਾਂ ਵਿੱਚੋਂ ਕਿਹੜੀ ਭੂਗੋਲ ਸ਼ਾਖਾ ਨਹੀਂ ਹੈ? ਵਿੱਚ ਇਹ ਵੀ ਤੁਹਾਨੂੰ ਦੱਸ ਦਿੱਤਾ ਜਾਊਗਾ। ਸਹੀ ਉੱਤਰ ਹੈ ਬੀ, ਵਾਯੂਮੰਡਲ ਦਾ ਭੂਗੋਲ। ਨੌਵੇਂ ਦਾ ਆਨਸਰ ਹੈ ਗਾਈਜ਼ ਏ, ਜਲਵਾਯੂ ਦੇ ਤਾਰੂ 305 ਵਿੱਚ ਕੁਦਰਤੀ ਖੰਡ ਦਾ ਵਰਗੀਕਰਨ, ਡਾਕਟਰ ਹਰਬਰਟ। 10ਵੇਂ ਦਾ ਆਨਸਰ ਸਹੀ ਹੈ। ਭਾਰਤ ਦੇ ਕੁਦਰਤੀ ਖੰਡ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ? 4 ਭੂਗੋਲ ਦੀਆਂ ਸ਼ਾਖਾਵਾਂ ਕਿਸ ਭਾਗ ਹਨ? ਜੀਵ ਵਿਗਿਆਨ ਦਾ। ਇਹਨਾਂ ਵਿੱਚੋਂ ਭੂਗੋਲ ਦਾ ਕਿਸ ਦੇ ਨਾਲ ਸੰਬੰਧ ਹੈ? ਉਪਰੋਕਤ ਸਾਰਿਆਂ ਵਿੱਚ। ਇਤਿਹਾਸ, ਅਰਥ ਸ਼ਾਸਤਰ, ਰਾਜਨੀਤੀ ਸ਼ਾਸਤਰ ਸਾਰਿਆਂ ਵਿੱਚ। ਰਾਜਨੀਤੀ ਭੂਗੋਲ ਦਾ ਉਦੇਸ਼ ਹੈ ਜਨਗਣਨਾ ਕਰਨਾ। ਜਿਓਗ੍ਰਾਫੀ ਪੁਸਤਕ ਕਿਸ ਨੇ ਲਿਖੀ? ਟੋਲਸਟਾਈ ਨੇ। ਜਿਓਗ੍ਰਾਫਿਕਸ ਜਨਰੇਟਿਵਸ ਪੁਸਤਕ ਕਿਸ ਨੇ ਲਿਖੀ? ਵੇਰੇਨੀਅਸ ਨੇ। ਸਭ ਤੋਂ ਪਹਿਲਾਂ ਗ੍ਰਹਿਣ ਦੇ ਕਾਰਨਾਂ ਦੀ ਵਿਆਖਿਆ ਕਿਸ ਨੇ ਕੀਤੀ? ਅਰਸਤੂ। ਜਿਓਗ੍ਰਾਫੀ ਸ਼ਬਦ ਦਾ ਅਰਥ ਹੈ ਧਰਤੀ ਦਾ ਵਰਣਨ। ਖੇਤਰੀ ਭੂਗੋਲ ਦਾ ਪਿਤਾ ਕੌਣ ਹੈ? ਕਾਰਲ ਰਿਟਰ। ਮਾਨਵ ਭੂਗੋਲ ਦਾ ਪਿਤਾ ਹੇਠ ਲਿਖਿਆਂ ਵਿੱਚ ਕਿਸ ਨੂੰ ਕਿਹਾ ਜਾਂਦਾ ਹੈ? ਕਾਰਲ ਰਿਟਰ। ਗਣਿਤ ਭੂਗੋਲ ਦਾ ਮੋਢੀ ਕੌਣ ਹੈ? ਥੇਲਸ। ਭੂਗੋਲਿਕ ਉੱਤਰ ਧਰੁਵ ਅਤੇ ਭੂਗੋਲਿਕ ਦੱਖਣੀ ਧਰੁਵ ਦੋਵਾਂ ਤੋਂ ਕਿਹੜੀ ਸੰਦਰਭ ਰੇਖਾ ਲੰਘਦੀ ਹੈ? ਜ਼ੀਰੋ ਲੌਂਗੀਟਿਊਡ। ਹੇਠ ਲਿਖਿਆਂ 'ਚੋਂ ਕਿਹੜਾ ਸਮਾਜ ਵਿਗਿਆਨ ਦੇ ਸੰਕਲਿਸ਼ਟ ਖੇਤਰ ਦਾ ਨਿਰਮਾਣ ਮੁਲਾਂਕਣ ਦਾ ਸੰਦ ਨਹੀਂ ਹੈ? ਪ੍ਰੋਜੈਕਟ। ਸਮਾਜ ਵਿਗਿਆਨ ਮਨੁੱਖੀ ਵਿਵਹਾਰ ਅਤੇ ਵਾਤਾਵਰਣ ਦੇ ਨਾਲ ਹੇਠ ਲਿਖਿਆਂ ਵਿੱਚੋਂ ਕਿਸ ਦੇ ਨਾਲ ਉਸ ਦੀ ਪਰਸਪਰ ਕਿਰਿਆ ਨੂੰ ਸਮਝਣ ਦਾ ਯਤਨ ਕਰਦਾ ਹੈ? ਸਮਾਜਿਕ ਸੰਸਥਾਵਾਂ। ਮਨੁੱਖੀ ਅਧਿਐਨ ਦੀ ਵਿਗਿਆਨਕ ਪਹੁੰਚ ਹੇਠ ਲਿਖੇ ਪਰਿਪੇਖ ਨੂੰ ਸ਼ਾਮਿਲ ਕਰਨ ਦੀ ਲੋੜ ਉੱਤੇ ਬਲ ਦਿੰਦੀ ਹੈ? ਕੁਦਰਤੀ ਵਿਗਿਆਨ, ਸਮਾਜ ਵਿਗਿਆਨ ਅਤੇ ਹਿਊਮੈਨਿਟੀਜ਼। ਉਹ ਵਿਗਿਆਨ ਜਿਹੜਾ ਪ੍ਰਿਥਵੀ ਅਤੇ ਇਸ ਦੇ ਭੂਵੀ ਲੱਛਣਾਂ, ਵਾਸੀਆਂ ਅਤੇ ਵਰਤਾਰੇ ਦੇ ਅਧਿਐਨ ਨਾਲ ਸੰਬੰਧ ਹੈ? ਸਮਾਜ ਵਿਗਿਆਨਿਕ। ਸੂਰਜ ਅਤੇ ਚੰਦਰਮਾ ਦੇ ਵਿਚਕਾਰ ਘੱਟੋ ਘੱਟ ਦੂਰੀ 3 ਜਨਵਰੀ ਨੂੰ ਹੁੰਦੀ ਹੈ। ਜਿਸ ਦਿਨ ਸੂਰਜ ਧਰਤੀ ਦੇ ਸਭ ਤੋਂ ਜ਼ਿਆਦਾ ਨੇੜੇ ਹੁੰਦਾ ਹੈ ਉਸ ਦਿਨ ਧਰਤੀ ਨੂੰ ਡੈਸ਼ 'ਤੇ ਕਿਹਾ ਜਾਂਦਾ ਹੈ? ਸੂਰਜ ਤੋਂ ਨਿਕਟਮ ਬਿੰਦੂ। ਧਰਤੀ ਸੂਰਜ ਤੋਂ ਸਭ ਤੋਂ ਜ਼ਿਆਦਾ ਦੂਰ ਹੁੰਦੀ ਹੈ 4 ਜੁਲਾਈ ਨੂੰ। ਸੌਰ ਵਿਸ਼ਵ ਅਤੇ ਸੌਰ ਵੰਸ਼ ਵਿਚਕਾਰ ਕੀ ਸੰਬੰਧ ਹੈ? ਸੌਰ ਦਿਵਸ ਸੌਰ ਵੰਸ਼ ਤੋਂ ਵੱਡਾ ਹੈ। ਚੰਦਰਮਾ ਦੀ ਸਤ੍ਹਾ ਦਾ ਕਿੰਨਾ ਭਾਗ ਧਰਤੀ ਤੋਂ ਦਿਖਾਈ ਦਿੰਦਾ ਹੈ? ਲਗਭਗ 59%। ਧਰਤੀ ਤੋਂ ਤਾਰਿਆਂ ਦੀ ਦੂਰੀ ਮਾਪਣ ਦੀ ਇਕਾਈ ਨੂੰ ਕੀ ਕਿਹਾ ਜਾਂਦਾ ਹੈ? ਪ੍ਰਕਾਸ਼ ਸਾਲ। ਚੰਦਰਮਾ ਦੇ ਧਰਾਤਲ 'ਤੇ ਪੁੰਜ ਇਕਸਾਰ ਰਹਿੰਦੇ ਹਨ, ਕੇਵਲ ਭਾਰ ਹੀ ਘਟਦਾ ਹੈ। ਹਰ 76 ਸਾਲਾਂ ਪਿੱਛੋਂ ਕਿਹੜਾ ਉਛਲਦਾਰ ਦਿਖਾਈ ਜਾਂਦਾ ਹੈ? ਹੈਲੇ। ਕਿਹੜੇ ਦਿਨਾਂ ਵਿੱਚ ਉਛਲਵੇਂ ਜਵਾਰਭਾਟੇ ਆਉਂਦੇ ਹਨ? 1 ਅਤੇ 4। ਨਵੇਂ ਚੰਦਰਮਾ ਦੇ ਦਿਨਾਂ ਵਿੱਚ, ਪੂਰਨ ਚੰਦਰਮਾ ਦੇ ਦਿਨਾਂ ਵਿੱਚ। ਜਵਾਰਭਾਟਾ ਲਹਿਰ ਕੀ ਦਰਿਆ ਵਿੱਚ ਉੱਪਰਲੇ ਪਾਸੇ ਨੂੰ ਜਾਂਦੀ ਹੋਈ ਇੱਕ ਉੱਚੀ ਜਵਾਰਭਾਟਾ ਲਹਿਰ। ਆਸਟ੍ਰੇਲੀਆ ਵਿੱਚ ਸਭ ਤੋਂ ਲੰਬਾ ਦਿਨ ਹੁੰਦਾ ਹੈ 22 ਦਸੰਬਰ ਨੂੰ। ਕਿਹੜੇ ਸਥਾਨ 'ਤੇ ਗਰਮੀ ਵਿੱਚ ਸੂਰਜ ਦੀ ਰੋਸ਼ਨੀ ਲੰਬੇ ਸਮੇਂ ਤੱਕ ਰਹਿੰਦੀ ਹੈ? ਸ਼੍ਰੀਨਗਰ। ਗਰਮੀਆਂ ਵਿੱਚ ਸ਼੍ਰੀਨਗਰ ਰਹਿੰਦੀ ਹੈ ਸੂਰਜ ਦੀ ਸਭ ਤੋਂ ਲੰਬੀ। ਉਹਨਾਂ ਗ੍ਰਹਿਆਂ ਦੇ ਨਾਂ ਦੱਸੋ ਜਿਨ੍ਹਾਂ ਦੀ ਸਥਿਤੀ ਸੂਰਜ ਤੋਂ ਦੂਰੀ ਦੇ ਸੰਦਰਭ ਵਿੱਚ ਬਦਲਦੀ ਰਹਿੰਦੀ ਹੈ? 3 ਅਤੇ 4। ਨੈਪਚੂਨ ਅਤੇ ਪਲੂਟੋ। ਕਿਹੜੇ ਕਾਰਜ ਸੂਰਜ ਦੀ ਰੋਸ਼ਨੀ ਦੀ ਮਾਤਰਾ 'ਤੇ ਪ੍ਰਭਾਵ ਨਹੀਂ ਪਾਉਂਦੇ? ਦੂਸਰਾ ਅਤੇ ਚੌਥਾ। ਧਰਾਤਲ ਦਾ ਤਾਪਮਾਨ ਅਤੇ ਚੌਥਾ ਧਰਤੀ 'ਤੇ ਘੁੰਮਣਾ।
ਇਹ ਰੋਸ਼ਨੀ ਦੀ ਮਾਤਰਾ 'ਤੇ ਪ੍ਰਭਾਵ ਨਹੀਂ ਪਾਉਂਦੇ। ਕੀ ਹੋਵੇਗਾ ਜੇਕਰ ਧਰਤੀ ਘੁੰਮਣਾ ਬੰਦ ਹੋ ਜਾਵੇਗੀ? ਧਰਤੀ ਪੋਲ ਉੱਪਰ ਮੈਗਨੈਟਿਕ ਬਲ ਗੁਆ ਦੇਵੇਗੀ, ਸੂਰਜ ਵੱਲ ਜਾਣਾ ਸ਼ੁਰੂ ਕਰ ਦੇਵੇਗੀ। ਠੀਕ ਹੈ ਜੀ, ਮੈਗਨੈਟਿਕ ਬਲ ਹੈ ਜਿਹੜਾ ਧਰਤੀ ਦਾ ਗੁੰਮ ਜੂਗਾ। ਉਦੋਂ ਬਾਅਦ ਕੀ ਹੋਊਗਾ? ਸੂਰਜ ਵੱਲ ਧਰਤੀ ਜਾਣੀ ਸ਼ੁਰੂ ਹੋ ਜਾਏਗੀ, ਜਿਹਦੇ ਨਾਲ ਧਰਤੀ ਆਟੋਮੈਟਿਕ ਨਸ਼ਟ ਹੋ ਜਾਏਗੀ। ਹਿੰਦ ਮਹਾਸਾਗਰ ਵਿੱਚ ਕਿਹੜੀ ਗਰਮ ਤਾਰਾ ਵਹਿੰਦੀ ਹੈ? ਅਗੁਲ ਲਹਿਸ ਤਾਰਾ। ਸ਼ਬਦ ਨਾਈਫ ਕਿਸ ਵੱਲ ਸੰਕੇਤ ਕਰਦੀ ਹੈ? ਭੂਚਾਲ। ਦੀ ਪੈਸੀਫਿਕ ਰਿੰਗ ਆਫ ਫਾਇਰ ਸੰਬੰਧਿਤ ਜਵਾਲਾਮੁਖੀ ਅਤੇ ਭੂਕੰਪ ਨਾਲ। ਪ੍ਰਤੀਧੁਨੀ ਤਕਨੀਕ ਲਾਗੂ ਹੁੰਦੀ ਹੈ ਸਮੁੰਦਰ ਦੀ ਡੂੰਘਾਈ ਮਾਪਣ ਲਈ। ਹੇਠ ਲਿਖਿਆਂ ਵਿੱਚੋਂ ਕਿਹਨਾਂ ਗ੍ਰਹਿਆਂ ਦਾ ਮਿਸ਼ਨ ਗ੍ਰਹਿ ਕੀਤਾ ਜਾਂਦਾ ਹੈ? ਵੀਨਸ, ਜੂਪੀਟਰ, ਮਾਰਸ ਤੇ ਸੈਚਰਨ। ਪੂਰਬ ਦੀ ਤਰਫ ਧਰਤੀ ਦੇ ਝੁਕਾਅ ਦਾ ਕੀ ਕਾਰਨ ਹੈ? ਭੂ-ਮੱਧ ਰੇਖਾ ਉੱਤੇ ਥੋੜ੍ਹਾ ਜਿਹਾ ਉਭਾਰ ਹੈ। ਭਾਰਤ ਵਿੱਚ ਜ਼ਿਆਦਾ ਤੌਰ 'ਤੇ ਬਰਸਾਤ ਡੈਸ਼ ਕਿਸਮ ਦੀ ਹੁੰਦੀ ਹੈ? ਪਰਬਤੀ। ਭਾਰਤ ਵਿੱਚ ਖੁਸ਼ਕ ਸਰਦੀਆਂ ਕਿੱਥੇ ਪੈਂਦੀਆਂ ਹਨ? ਬੰਗਾਲ ਦੇ ਮੈਦਾਨਾਂ ਵਿੱਚ। ਦਸੰਬਰ ਵਿੱਚ ਕਿਹੜੇ ਸਥਾਨ 'ਤੇ ਸੂਰਜ ਊਰਜਾ ਸਭ ਤੋਂ ਜ਼ਿਆਦਾ ਹੁੰਦੀ ਹੈ? ਚੇਨਈ। ਕਿਹੜੀ ਰੇਡੀਓ ਲਹਿਰ ਦੁਆਰਾ ਧਰਤੀ ਦੀ ਸਤ੍ਹਾ ਉੱਪਰ ਆਉਂਦੀ ਹੈ? ਲੋਨੋਸਫੀਅਰ। ਹੇਠ ਲਿਖਿਆਂ ਵਿੱਚੋਂ ਕਿਹੜੀ ਸਭ ਤੋਂ ਛਿੱਦਰਪੂਰਨ ਚੱਟਾਨ ਹੈ? ਬਾਲੂ ਪੱਥਰ। ਲੂ ਉਦਾਹਰਨ ਹੈ? ਸਥਾਨਕ ਕੋਣ। ਸੂਰਜ ਮੰਡਲ ਵਿੱਚ ਤੀਜੇ ਗ੍ਰਹਿ ਨੂੰ ਹੋਰ ਕੀ ਆਖਿਆ ਜਾਂਦਾ ਹੈ? ਵਰੁਣ। ਪ੍ਰਿਥਵੀ ਦਾ ਅਕਸ਼ੀ ਝੁਕਾਅ 23.4 ਡਿਗਰੀ ਹੈ। ਇਸ ਦਾ ਮਤਲਬ ਹੈ ਕਿ ਪ੍ਰਿਥਵੀ ਦਾ ਸਾਲ ਵਿੱਚ ਵਿਭਿੰਨ ਮੌਸਮ ਹੁੰਦਾ ਹੈ। ਪ੍ਰਿਥਵੀ ਦੇ ਪਰਿਆਵਰਣ ਉੱਪਰ ਸਭ ਤੋਂ ਵੱਧ ਪ੍ਰਭਾਵ ਮਨੁੱਖੀ ਗਤੀਵਿਧੀਆਂ ਪੱਖੋਂ। ਭਾਰਤ ਬਹੁਤ ਵੱਡਾ ਦੇਸ਼ ਹੈ। ਇਸ ਦੇ ਅੰਤਰਗਤ ਪ੍ਰਿਥਵੀ ਦਾ ਕਿੰਨਾ ਖੇਤਰ ਆਉਂਦਾ ਹੈ? 1.4। ਵਿਸ਼ਾਖਾਪਟਨਮ ਦਾ ਤਾਪਮਾਨ 40 ਡਿਗਰੀ ਸੈਲਸੀਅਸ ਹੈ। ਮਾਊਂਟ ਐਵਰੈਸਟ ਦੀ 848 ਮੀਟਰ ਉਚਾਈ ਤੇ ਤਾਪਮਾਨ -12 ਡਿਗਰੀ ਹੈ। ਹੌਰਸ ਅਕਸ਼ਾਂਸ਼ ਇੱਕ ਟਰਮ ਹੈ ਜੋ ਲਾਗੂ ਹੁੰਦੀ ਹੈ 30 ਤੋਂ 40 ਡਿਗਰੀ ਉੱਤਰੀ ਅਤੇ ਦੱਖਣੀ ਅਕਸ਼ਾਂਸ਼ਾਂ 'ਤੇ। ਹੇਠ ਲਿਖਿਆਂ ਵਿੱਚ ਸਭ ਤੋਂ ਜ਼ਿਆਦਾ ਵੱਡਾ ਚੱਕਰ ਕਿਹੜਾ ਹੈ? ਭੂ-ਮੱਧ ਰੇਖਾ। ਬਰਫਾਨੀ ਝੱਖੜ ਅਤੇ ਡੈਸ਼ ਖੇਤਰ ਦੀਆਂ ਵਿਸ਼ੇਸ਼ਤਾਵਾਂ। ਅੰਟਾਰਕਟਿਕ ਚੱਕਰਵਾਤ ਕੀ ਹੈ? ਉੱਤਰੀ ਗੋਲਧਾਰ ਵਿੱਚ ਖੱਬੇ ਪੱਖੀ ਹਵਾਵਾਂ ਦੇ ਘੱਟ ਦਬਾਅ ਦੀ ਪ੍ਰਣਾਲੀ ਚੱਕਰਵਾਤ ਹੁੰਦੀ ਹੈ। ਵਾਯੂਮੰਡਲ ਦੇ ਕੁਝ ਭਾਗਾਂ ਵਿੱਚ ਬਹੁਤ ਤੇਜ਼ੀ ਗਤੀ ਦੇ ਨਾਲ ਉੱਪਰੀ ਵਾਯੂ ਪ੍ਰਣਾਲੀ ਖਿਲਾਉਂਦੀ ਹੈ। ਜੈਟ ਸਟ੍ਰੀਮ। ਪ੍ਰਸਿੱਧ ਤੁਸਕਾਰੂਰਾ ਦੀਪ ਕਿੱਥੇ ਸਥਿਤ ਹੈ? ਜਾਪਾਨ ਤੋਂ ਦੂਰ। ਜੇਕਰ ਧਰਤੀ ਦੀ ਧੁਰੀ ਦਾ ਤਲ ਲੰਬਵਤ ਹੋਵੇ ਤਾਂ ਗਲੋਬ ਦੇ ਸਾਰੇ ਹਿੱਸਿਆਂ ਉੱਪਰ ਸਮਾਨ ਦਿਨ ਅਤੇ ਸਮਾਨ ਰਾਤਾਂ ਰਹਿਣਗੀਆਂ ਪੂਰਾ ਸਾਲ। ਧਰਤੀ ਦਾ ਤਲ ਲੰਬਵਤ ਹੁੰਦਾ ਹੈ ਤਾਂ ਸਮਾਨ ਦਿਨ ਸਮਾਨ ਰਾਤਾਂ ਰਹਿਣਗੀਆਂ, ਅਗਰ ਇਹ ਗੋਲ ਨਹੀਂ ਹੁੰਦੀ। ਜਿਹੜੇ ਜਲਵਾਯੂ ਖੇਤਰ ਵਿੱਚ ਘੱਟ ਤਾਪਮਾਨ ਹੁੰਦਾ ਹੈ? ਇਕੂਟੋਰੀਅਲ ਖੇਤਰ। ਰਾਜਸਥਾਨ ਵਿੱਚ ਰਾਸ਼ਟਰੀ ਮਾਰਗ ਨੰਬਰ 15 ਉੱਤੇ ਨਿਯਮਤ ਸ਼ਹਿਰ ਸਥਿਤ। ਗੰਗਾਨਗਰ, ਬੀਕਾਨੇਰ, ਜੈਸਲਮੇਰ, ਬਾੜਮੇਰ। ਸ਼ਬਦ ਭੂ-ਮੰਡਲ ਕਿਸ ਵੱਲ ਸੰਕੇਤ ਕਰਦਾ ਹੈ? ਧਰਤੀ ਦੀ ਭੇਖੜੀ। ਡੁਰੈਂਡ ਰੇਖਾ ਦੁਆਰਾ ਕਿਹੜੇ ਦੇਸ਼ਾਂ ਨੂੰ ਅਲੱਗ ਕੀਤਾ ਗਿਆ? ਭਾਰਤ ਅਤੇ ਅਫਗਾਨਿਸਤਾਨ। ਜਰਮਨੀ ਅਤੇ ਪੋਲੈਂਡ ਦੇ ਵਿਚਕਾਰ ਸੀਮਾ ਨੂੰ ਕੀ ਕਹਿੰਦੇ ਹਨ? ਹਿੰਡਨਬਰਗ ਰੇਖਾ। ਮੈਕਮੋਹਨ ਰੇਖਾ ਦੁਆਰਾ ਕਿਹੜੇ ਦੇਸ਼ਾਂ ਨੂੰ ਵੱਖ ਕੀਤਾ ਗਿਆ? ਭਾਰਤ ਅਤੇ ਚੀਨ ਨੂੰ। ਰੈਡਕਲਿਫ ਰੇਖਾ ਦੇ ਦੋਵੇਂ ਪਾਸੇ ਕਿਹੜੇ ਦੇਸ਼ ਵਿੱਚ ਸਥਿਤ ਹੈ? ਭਾਰਤ ਅਤੇ ਪਾਕਿਸਤਾਨ। ਪਾਰਕ ਸਟ੍ਰੇਟ ਕਿਹੜੇ ਦੇਸ਼ਾਂ ਨੂੰ ਜੋੜਦੀ ਹੈ? ਭਾਰਤ ਅਤੇ ਸ਼੍ਰੀਲੰਕਾ। ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਵਿਚਕਾਰ ਸੀਮਾ ਨਿਰਧਾਰਨ ਰੇਖਾ ਕਹਿੰਦੇ ਹਨ? 38ਵਾਂ ਪੈਰਲਲ। ਦੱਖਣ ਦਰਾਂ ਕਿਹਨਾਂ ਵਿਚਕਾਰ ਸਥਿਤ ਹੈ? ਦੱਖਣੀ ਅਤੇ ਛੋਟੇ ਅੰਡੇਮਾਨ। ਭਾਰਤੀ ਧਰਾਤਲ ਦੀ ਦੱਖਣੀ ਸੀਮਾ 8 ਡਿਗਰੀ ਤੇ 4 ਉੱਤਰੀ ਅਕਸ਼ਾਂਸ਼ ਹੈ। ਭਾਰਤ ਦੀ ਉੱਤਰੀ ਸੀਮਾ 37 ਡਿਗਰੀ 6 ਉੱਤਰੀ ਅਕਸ਼ਾਂਸ਼। ਭਾਰਤ ਤੱਟ ਰੇਖਾ ਦੀ ਲੰਬਾਈ 6100 ਕਿਲੋਮੀਟਰ। ਭਾਰਤ ਦਾ ਕੁੱਲ ਖੇਤਰ ਲਗਭਗ 33 ਲੱਖ ਵਰਗ ਕਿਲੋਮੀਟਰ ਹੈ। ਭਾਰਤ ਵਿਸ਼ਵ ਦਾ 7ਵਾਂ ਵੱਡਾ ਇਹ ਵਿਸ਼ਵ ਲਗਭਗ ਖੇਤਰ ਘੇਰਦਾ ਹੈ 2.4%। ਇਹ ਕਿਹੜੇ ਪ੍ਰਾਂਤ ਤੋਂ ਕਰਕ ਰੇਖਾ ਗੁਜ਼ਰਦੀ ਹੈ? ਝਾਰਖੰਡ। ਸਮੁੰਦਰ ਤਲ ਤੋਂ 300 ਮੀਟਰ ਦੀ ਉੱਪਰ ਸਮਤਲ ਭੂਮੀ ਨੂੰ ਕਿਹਾ ਜਾਂਦਾ ਹੈ ਹਾਈਲੈਂਡਜ਼। ਨਕਸ਼ੇ ਉੱਪਰ ਦਿੱਤਾ ਪਰੰਪਰਾਗਤ ਆਰਐਚ ਚਿੰਨ੍ਹ ਹੈ ਆਰਾਮ ਘਰ। ਭਾਰਤ ਦੇ ਭੂਗੋਲਿਕ ਨਕਸ਼ੇ ਕੌਣ ਤਿਆਰ ਕਰਦਾ ਹੈ? ਸਰਵੇ ਆਫ ਇੰਡੀਆ। ਉਸ ਦੇਸ਼ ਨੂੰ ਲੱਭੋ ਜਿਨ੍ਹਾਂ ਵਿੱਚ ਅਫਰੀਕਾ ਅਤੇ ਤਟਵਰਤੀ ਰੇਖਾ ਲੀਬੀਆ, ਮਿਸਰ, ਮੋਰੋਕੋ। 90 ਡਿਗਰੀ ਪੂਰਬ ਰਿਜ ਕਿੱਥੇ ਪਾਇਆ ਜਾਂਦਾ ਹੈ?
डी ਹਿੰਦ ਮਹਾਸਾਗਰ ਵਿੱਚ ਧਰਤੀ ਦੀ ਗਰਮਾਹਟ ਤੋਂ ਪ੍ਰਾਪਤ ਕੀਤੀ ਗਈ ਊਰਜਾ ਨੂੰ ਕਿਹਾ ਜਾਂਦਾ ਹੈ ਭੂ-ਤਾਪ ਊਰਜਾ। ਕਿਸੇ ਥਾਂ ਦਾ ਤਾਪਮਾਨ ਨਿਰਭਰ ਕਰਦਾ ਹੈ ਐਲਟੀਟਿਊਡ ਉੱਤੇ। ਧੁਰਵੀ ਖੇਤਰ ਘੱਟ ਸੂਰਜ ਕਿਰਨਾਂ ਪ੍ਰਾਪਤ ਕਰਦੇ ਨੇ, ਇਸ ਦਾ ਕਾਰਨ ਧਰਤੀ ਨਾਲ ਸੂਰਜੀ ਕਿਰਨਾਂ ਦਾ ਕੋਣ। ਅਕਸ਼ਾਂਸ਼ ਧਰਤੀ ਦੇ ਉਹ ਬਿੰਦੂ ਹੈ ਜਿਸ ਨੂੰ ਇਹਨਾਂ ਵਿੱਚ ਕਿਸੇ ਦੁਆਰਾ ਮਾਪਿਆ ਜਾਂਦਾ ਹੈ। ਭੂ-ਮੱਧ ਰੇਖਾ ਤੋਂ ਇਸ ਦੀ ਕੋਣਾਂ ਵਿੱਚ ਦੂਰੀ 15 ਡਿਗਰੀ ਐਸ। ਅਕਸ਼ਾਂਸ਼ ਤੋਂ ਦੁਪਹਿਰ ਵੇਲੇ ਸੂਰਜ ਸਿਰ 'ਤੇ ਹੁੰਦਾ ਹੈ 22 ਦਸੰਬਰ ਅਤੇ 21 ਮਾਰਚ ਦੇ ਵਿਚਕਾਰ। ਭਾਰਤ ਵਿੱਚ ਸਭ ਤੋਂ ਵੱਡਾ ਕਾਸ਼ਤ ਵਾਲਾ ਖੇਤਰ ਕਿਸ ਦੇ ਅਧੀਨ ਹੈ? ਝੋਨਾ। ਸਾਈਕਲੋਨ ਨੂੰ ਮੈਕਸੀਕੋ ਦੀ ਖਾੜੀ ਵਿੱਚ ਕੀ ਕਿਹਾ ਜਾਂਦਾ ਹੈ? ਹੈਰੀਕੇਨਜ਼। ਕਿਸ ਪ੍ਰਕਾਰ ਦੇ ਜੰਗਲਾਂ ਨਾਲ ਜਲਵਾਯੂ ਗਰਮੀਆਂ ਵਿੱਚ ਗਰਮ ਅਤੇ ਖੁਸ਼ਕ ਰਹਿੰਦਾ ਹੈ, ਸਰਦੀਆਂ ਵਿੱਚ ਗਰਮ ਅਤੇ ਸਿੱਲੀ ਰਹਿੰਦੀ ਹੈ? ਮੈਡੀਟੇਰੀਅਨ ਜੰਗਲ। ਵਾਤਾਵਰਣ ਦੀ ਕਿਹੜੀ ਪਰਤ ਇਕਸਾਰ ਸਮਤਲ ਤਾਪਮਾਨ ਬਣਾਈ ਰੱਖਦੀ ਹੈ? ਸਟ੍ਰੈਟੋਸਫੀਅਰ। ਅਸ਼ਾਂਤ ਵਾਯੂਮੰਡਲ ਦੀ ਮੋਟਾਈ ਕਿਸ ਰੁੱਤ ਵਿੱਚ ਹੁੰਦੀ ਹੈ? ਗਰਮੀਆਂ। ਵਾਤਾਵਰਣ ਵਿੱਚ ਕਿਹੜੀ ਗੈਸ ਪੈਰਾਬੈਂਗਨੀ ਕਿਰਨਾਂ ਤੋਂ ਸੋਖ ਲੈਂਦੀ ਹੈ? ਓਜ਼ੋਨ। ਉਚਾਈ ਵਧਣ ਦੇ ਨਾਲ ਹਵਾ ਦੇ ਤਾਪਮਾਨ ਵਿੱਚ ਗਿਰਾਵਟ ਯਾਨੀ ਗਤੀ ਦੀ ਕਮੀ। ਮਾਨਸੂਨ ਪੱਟੀ ਕਿੱਥੇ ਸਥਿਤ ਹੈ? ਭੂ-ਮੱਧ ਰੇਖਾ ਦੇ ਨੇੜੇ। ਮੌਸਮ ਅਤੇ ਜਲਵਾਯੂ ਦਾ ਵਿਸ਼ਾ ਪੜ੍ਹਨ ਦੇ ਲਈ ਕਿਹੜੀ ਹਰਕਤ ਵਿਦਿਆਰਥੀ ਨੂੰ ਮੌਸਮ ਦੇ ਭਿੰਨ ਤੱਤਾਂ ਨੂੰ ਸਮਝਾਉਣ ਵਿੱਚ ਸਭ ਤੋਂ ਜ਼ਿਆਦਾ ਉਪਯੁਕਤ ਹੋਵੇਗੀ? ਸਮਾਚਾਰ ਪੱਤਰਾਂ ਵਿੱਚੋਂ ਲਗਾਤਾਰ 5 ਦਿਨਾਂ ਦੇ ਮੌਸਮ ਸੰਬੰਧੀ ਤੱਥਾਂ ਨੂੰ ਇਕੱਤਰ ਕਰਨਾ ਅਤੇ ਉਹਨਾਂ ਨੂੰ ਆਪਣੀ ਨੋਟਬੁੱਕ ਉੱਤੇ ਚਿਪਕਾਉਣਾ। ਹੇਠ ਲਿਖਿਆਂ ਵਿੱਚੋਂ ਕਿਹੜਾ ਓਰਲ ਰੀਜ਼ਨਿੰਗ ਨਾਲ ਸੰਬੰਧਿਤ ਹੈ? ਗਰੁੱਪਾਂ ਨੂੰ ਸੀਮਿਤ ਕਰਨਾ। ਹੇਠ ਲਿਖਿਆਂ ਵਿੱਚੋਂ ਪ੍ਰਸ਼ਨ ਪੱਤਰ ਬਣਾਉਣ ਦਾ ਪਹਿਲਾ ਪੜਾਅ ਕਿਹੜਾ ਹੈ? ਪ੍ਰਸ਼ਨ ਪੱਤਰ ਦੀ ਰੂਪਰੇਖਾ ਨੂੰ ਤੈਅ ਕਰਨਾ। ਖਾੜੀ ਧਾਰਾ ਕੀ ਹੈ? ਅੰਧ ਮਹਾਸਾਗਰ ਵਿੱਚ ਠੰਡੀ ਲਹਿਰ। ਭਾਰਤ ਦਾ ਕਿਹੜਾ ਖੇਤਰ ਪ੍ਰਾਚੀਨ ਗੋਂਦਵਾਲਾ ਲੈਂਡ ਮਾਸ ਨਾਲ ਸੰਬੰਧਿਤ ਹੈ? ਗੰਗਾ ਨਦੀ ਦਾ ਖੇਤਰ। ਭੂ-ਵੈਟਲੈਂਡ ਖੇਤਰ ਕਿਹੜਾ ਹੈ? ਬਿਹਾਰ। ਕਿਹੜਾ ਖੇਤਰ ਉੱਤਰੀ ਪੂਰਬੀ ਮਾਨਸੂਨ ਨੂੰ ਵਰਖਾ ਪ੍ਰਾਪਤ? ਤਾਮਿਲਨਾਡੂ। ਭਾਰਤ ਦੇ ਕਿਹੜੇ ਖੇਤਰ ਵਿੱਚ ਸਭ ਤੋਂ ਘੱਟ ਵਰਖਾ ਹੁੰਦੀ ਹੈ? ਪੂਰਬੀ ਰਾਜਸਥਾਨ। ਮਾਨਸੂਨ ਭਾਰਤ ਤੋਂ ਵਾਪਸ ਜਾਣਾ ਸ਼ੁਰੂ ਕਰ ਦਿੰਦਾ ਹੈ ਸਤੰਬਰ ਦੇ ਅੱਧ ਵਿੱਚ। ਦੱਖਣੀ ਭਾਰਤ ਵਿੱਚ ਤਾਪਮਾਨ ਸਭ ਤੋਂ ਵੱਧ ਕਦੋਂ ਰਹਿੰਦਾ ਹੈ? ਅਪ੍ਰੈਲ ਵਿੱਚ। ਅਰਾਵਲੀ ਦੀ ਦੂਜੀ ਸਭ ਤੋਂ ਉੱਚੀ ਚੋਟੀ ਹੈ? ਜਾਰਗਾ। ਉਜਰ ਕਿਸ ਲਈ ਜਾਣਿਆ ਜਾਂਦਾ ਹੈ? ਉਜਰ ਜਾਣਿਆ ਜਾਂਦਾ ਹੈ ਮਿਗ ਹਵਾਈ ਜਹਾਜ਼ ਕਾਰਖਾਨੇ ਲਈ। ਸਮੁੰਦਰ ਪਾਣੀ ਵਿੱਚ ਸਭ ਤੋਂ ਵੱਧ ਮਾਤਰਾ ਕਿਹੜਾ ਪਦਾਰਥ ਹੁੰਦਾ ਹੈ? ਕਲੋਰੀਨ। ਸ਼ਿਵਾਲਿਕ ਪਹਾੜੀਆਂ ਦੀ ਪੱਛਮ ਹੱਦ ਕਿਹੜੀ ਹੈ? ਪੋਥਵਾਰ ਬੇਸਿਨ। ਭੂ-ਮੱਧ ਸਾਗਰੀ। ਟੁੰਡਰਾ ਕਿਸਮ ਦੀ ਜਲਵਾਯੂ ਦਾ ਦੂਜਾ ਨਾਂ ਕੀ ਸੀ? ਧੁਰਵੀ ਜਲਵਾਯੂ। ਭੂ-ਗਰਭ ਦਾ ਸ਼ਾਬਦਿਕ ਅਰਥ ਹੈ ਮਹਾਸਾਗਰ ਦੇ ਡੂੰਘੇ ਹਿੱਸੇ। ਹੇਠ ਲਿਖਿਆਂ ਵਿੱਚੋਂ ਖੋਰ ਦਾ ਕਿਹੜਾ ਪ੍ਰਕਾਰ ਚੰਬਲ ਘਾਟੀ ਦਾ ਨਿਰਮਾਣ ਕਰਨ ਦੇ ਜ਼ਿੰਮੇਵਾਰ? ਗਲੀ। ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ? 1, 2, 3, 4 ਸਾਰੀ ਸਹੀ ਹੈ। ਜਵਾਰ ਭਾਟਾ ਜਹਾਜ਼ ਜਰਾਨੀ ਅਤੇ ਮੱਛੀ ਫੜਨ ਲਈ ਬਹੁਤ ਮਦਦ ਕਰਦਾ ਹੈ। ਜਵਾਰ ਵੱਡੇ ਜਹਾਜ਼ਾਂ ਨੂੰ ਬੰਦਰਗਾਹ ਵਿੱਚ ਸੁਰੱਖਿਅਤ ਅੰਦਰ ਲਗਾਉਣ ਅਤੇ ਬਾਹਰ ਕੱਢਣ 'ਚ ਮਦਦ ਕਰਦਾ ਹੈ। ਜਵਾਰ ਭਾਟਾ ਬੰਦਰਗਾਹ ਵਿੱਚ ਗਾਰ ਇਕੱਠੇ ਹੋਣ 'ਤੇ ਰੋਕ ਲੈਂਦਾ ਹੈ। ਕੰਡਲਾ ਅਤੇ ਡਾਇਮੰਡ ਦੋਵੇਂ ਹੀ ਜਵਾਰ ਨਾਲ ਸੰਬੰਧਿਤ ਬੰਦਰਗਾਹ ਹਨ। ਭੂਮੀ ਪੌਣ ਕੀ ਹੈ? ਤੱਟਵਰਤੀ ਖੇਤਰਾਂ ਦਾ ਵਾਯੂਮੰਡਲ ਵਿੱਚ ਬਦਲਾਂ ਦਾ ਵਹਿਣਾ ਹੁੰਦਾ ਹੈ ਉਹਨਾਂ ਦੇ ਘੱਟ ਗਣਨਾ ਕਾਰਨ। ਇਹਨਾਂ ਵਿੱਚੋਂ ਕਿਹੜੀ ਜਲਵਾਯੂ ਵਾਲੇ ਖੇਤਰ ਵਿੱਚ ਖੱਟੇ ਫਲ ਸਭ ਤੋਂ ਵਧੀਆ ਉੱਗਦੇ ਹਨ? ਦੱਖਣੀ ਅਫਰੀਕਾ ਦਾ ਹੇਠਲਾ ਭਾਗ। ਵਾਯੂ ਪ੍ਰਦੂਸ਼ਣ ਨੂੰ ਕੰਟਰੋਲ ਕਰਨਾ ਇਹ ਯਕੀਨੀ ਬਣਾਉਂਦਾ ਹੈ ਕਿ ਮਹੱਤਵਪੂਰਨ ਹੈ ਕਿ ਸਾਡੇ ਕੋਲ ਸਾਹ ਲੈਣ ਲਈ ਸਾਫ਼ ਹਵਾ ਹੋਵੇ। ਹਾਲ ਹੀ ਵਿੱਚ ਭਾਰਤ ਵਿੱਚ ਬਰਫੀਲੀ ਨਦੀਆਂ ਦੀ ਅਵਸਥਾ ਬਾਰੇ ਕਾਫੀ ਵਾਦ ਵਿਵਾਦ ਰਿਹਾ। ਡਰ ਇਹ ਹੈ ਕਿ ਗਲੇਸ਼ੀਅਰ ਘਟ ਰਹੇ ਹੈ। ਕਿਹੜੀ ਜਨਗਣਨਾ ਤੋਂ ਬਾਅਦ ਇਹ ਪਤਾ ਲੱਗਾ ਕਿ ਭਾਰਤੀ ਜਨਸੰਖਿਆ ਤੇਜ਼ੀ ਦਰ ਨਾਲ ਵਧ ਰਹੀ ਹੈ? 1921। ਹਵਾਈ ਕਿਰਿਆਵਾਂ ਨਾਲ ਮਸ਼ਰੂਮ ਚਟਾਨਾਂ ਬਣਦੀਆਂ ਹਨ ਜੋ ਆਮ ਤੌਰ 'ਤੇ ਮਿਲਦੇ ਹਨ? ਮਾਰੂਥਲ। ਹਵਾਵਾਂ ਦੀ ਗਤੀ ਕਿਸ ਤਰ੍ਹਾਂ ਨਿਰਧਾਰਿਤ ਕੀਤੀ ਜਾਂਦੀ ਹੈ? ਦਬਾਅ ਦਾ ਉਤਰਾਅ ਚੜਾਅ। ਹੇਠ ਲਿਖਿਆਂ ਵਿੱਚੋਂ ਕਿਹੜਾ ਪਲੈਨਟਰੀ ਹਵਾਵਾਂ ਨਹੀਂ ਸਨ? ਨਿਕਾਸੀ ਹਵਾਵਾਂ। ਝੱਖੜ ਕੀ ਹੈ? ਬਹੁਤ ਘੱਟ ਦਬਾਅ ਦਾ ਕੇਂਦਰ। ਵਾਸ਼ਪ ਦਬਾਅ ਕੀ ਹੈ? ਹਵਾ ਵਿੱਚ ਕੇਵਲ ਵਾਸ਼ਮਾਂ ਕਾਰਨ ਦਬਾਅ। ਸਲਿੰਗ ਸਾਈਕਰੋਮੀਟਰ ਨਾਲ ਕੀ ਮਾਪਿਆ ਜਾਂਦਾ ਹੈ? ਤਾਪਮਾਨ। ਭੂ-ਮੱਧ ਰੇਖਾ ਪੱਛਮੀ ਹਵਾਵਾਂ ਕਿਹੜੇ ਮਹੀਨੇ ਉੱਤਰੀ ਗੋਲਦਾਰ ਹੁੰਦੀਆਂ ਹਨ? ਜੂਨ। ਹਵਾ ਦਾ ਰੰਗ ਕੀ ਹੈ? ਇਹਨਾਂ ਵਿੱਚੋਂ ਕੋਈ ਨਹੀਂ। ਹਵਾ ਵਿੱਚ ਕਿਸ ਗੈਸ ਦੀ ਮਾਤਰਾ ਹੈ? ਨਾਈਟ੍ਰੋਜਨ। ਹਵਾ ਵਿੱਚ ਗੈਸਾਂ ਦੀ ਉਪਸਥਿਤੀ ਦੀ ਪੁਸ਼ਟੀ ਸਭ ਤੋਂ ਪਹਿਲਾਂ ਕਿਸਨੇ ਕੀਤੀ? ਇਟੋਰਲੀ ਲੈਵੋਜ਼ੀਅਰ।
ਹਵਾ ਵਿੱਚ ਆਕਸੀਜਨ ਦੀ ਮਾਤਰਾ ਕਿੰਨੇ ਪ੍ਰਤੀਸ਼ਤ ਹੈ? 21%। ਧਰਤੀ ਦੇ ਤਲ ਤੋਂ ਵਾਯੂਮੰਡਲ ਦਾ ਵਿਸਥਾਰ ਕਿੰਨਾ ਹੈ? 1000 ਕਿਲੋਮੀਟਰ। ਕਿਹੜੀ ਪਰਤ ਵਾਯੂਮੰਡਲ ਦੀ ਨਹੀਂ ਹੈ? ਕਿਹੜੀ ਪਰਤ? ਮੈਟਾਸਫੀਅਰ। ਵਾਯੂਮੰਡਲ ਦਬਾਅ ਨੂੰ ਮਾਪਣ ਲਈ ਵਿਧੀ ਕਿਸ ਨੇ ਬਣਾਈ? ਵੀਟੋਰਸਲੀ ਨੇ। ਵਾਯੂਮੰਡਲ ਦਬਾਅ ਨੂੰ ਮਾਪਣ ਵਾਲੇ ਯੰਤਰ ਨੂੰ ਕੀ ਕਿਹਾ ਜਾਂਦਾ ਹੈ? ਇੱਕ ਸੈਕਿੰਡ। ਇਸ ਯੰਤਰ ਨੂੰ ਕਿਹਾ ਜਾਂਦਾ ਹੈ ਬੈਰੋਮੀਟਰ। ਹਵਾ ਦਾ ਭਾਰ ਹੁੰਦਾ ਹੈ। ਕੀ ਤੁਸੀਂ ਸਹਿਮਤ ਹੋ? ਹਾਂ, ਪੂਰੀ ਤਰ੍ਹਾਂ। ਧਰਤੀ ਦੇ ਆਲੇ ਦੁਆਲੇ ਹਵਾ ਦੇ ਗਿਲਾਫ ਨੂੰ ਕੀ ਕਿਹਾ ਜਾਂਦਾ ਹੈ? ਵਾਯੂਮੰਡਲ। ਵਾਯੂਮੰਡਲ ਦੀਆਂ ਕਿੰਨੀਆਂ ਪਰਤਾਂ ਹਨ? 4। ਚੱਲਦੀ ਹੋਈ ਹਵਾ ਨੂੰ ਕੀ ਕਹਿੰਦੇ ਹਨ? ਹਵਾ। ਹਵਾ ਦੇ ਭਾਰ ਨੂੰ ਕੀ ਕਹਿੰਦੇ ਹਨ? ਵਾਯੂ ਦਬਾਅ। ਭੂ-ਮੱਧ ਰੇਖਾ ਵੱਲ ਚੱਲਦੀ ਹਵਾ ਨੂੰ ਕੀ ਕਹਿੰਦੇ ਹਨ? ਵਪਾਰਿਕ ਹਵਾਵਾਂ। ਕਿਸ ਨੇ ਸੰਸਾਰ ਵਿੱਚ ਦਬਾਅ ਦੇ ਵਰਗੀਕਰਨ ਵਾਸਤੇ ਨਕਸ਼ਾ ਤਿਆਰ ਕਰਨ ਲਈ ਵਰਤੋਂ ਕਰਨੀ ਪਵੇਗੀ? ਆਈਸੋਬਾਰਸ। ਨਮੀ ਨੂੰ ਮਾਪਣ ਵਾਲੇ ਯੰਤਰ ਦਾ ਨਾਂ ਦੱਸੋ? ਹਾਈਗਰੋਮੀਟਰ। ਵਾਯੂਮੰਡਲ ਵਿੱਚ ਪਾਣੀ ਦੀ ਮਾਤਰਾ ਤਾਪਮਾਨ ਦੇ ਵਧਣ ਨਾਲ ਵੱਧਦੀ ਹੈ। ਜੇ ਪਾਣੀ ਦਾ ਤਾਪਮਾਨ 8 ਡਿਗਰੀ ਤੋਂ 3 ਡਿਗਰੀ ਘਟਦਾ ਹੈ ਤਾਂ ਕੀ ਹੋਵੇਗਾ? ਘਨਫਲ ਰਹੇਗਾ, ਘਟੇਗਾ। ਪਹਿਲਾਂ ਘਟੇਗਾ ਫਿਰ ਵਧੇਗਾ। ਪਾਣੀ ਦੇ ਸਿੱਧੇ ਠੋਸ ਤੋਂ ਵਾਸ਼ਪ ਵਿੱਚ ਬਦਲਾਅ ਦੀ ਅਵਸਥਾ ਦੀ ਪ੍ਰਕਿਰਿਆ ਕਹਿਲਾਉਂਦੀ ਹੈ? ਜੋਹਰ। ਲਓ ਜੀ, ਅੱਜ ਲਈ ਇੰਨਾ ਹੀ। ਤੁਹਾਡੇ ਲਈ ਉੱਤਰ ਹਨ। ਤੁਸੀਂ ਸਕਰੀਨਸ਼ੋਟ ਲੈ ਕੇ ਆਪਣਾ ਰੇਟ ਕਰ ਸਕਦੇ ਹੋ। ਤਾਂ ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਵਿੱਚ। ਸਬਸਕ੍ਰਾਈਬ ਕਰਨਾ ਨਾ ਭੁੱਲੋ ਸਾਡੇ YouTube ਚੈਨਲ ਕੈਮ ਸਟੂਡੀਓ ਨੂੰ। ਸੋ ਥੈਂਕ ਯੂ ਗਾਈਜ਼। ਮਿਲਦੇ ਹਾਂ ਨੈਕਸਟ ਵੀਡੀਓ ਵਿੱਚ।